ਕਿਸੇ ਸੜਕ ਦੇ ਰਾਹ ਵਿੱਚ ਰੇਲ ਲਾਈਨ ਹੋਵੇ ਤਦ ਉੱਥੇ ਇਹ ਲਿਖਿਆ ਮਿਲਦਾ ਹੈ, ਸਾਵਧਾਨ, ਅੱਗੇ ਰੇਲਵੇ ਫਾਟਕ ਹੈ। ਕਿਤੇ ਟੁੱਟੀ ਫੁੱਟੀ ਸੜਕ ਦੀ ਮੁਰੰਮਤ ਹੋ ਰਹੀ ਹੋਵੇ ਤਦ ਇਹ ਲਿਖਿਆ ਮਿਲੇਗਾ, ਸਾਵਧਾਨ, ਅੱਗੇ ਕੰਮ ਚੱਲ ਰਿਹਾ ਹੈ। ਰੇਲਵੇ ਸਟੇਸ਼ਨ ਉੱਤੇ ਕਈ ਥਾਈਂ ਲਿਖਿਆ ਹੁੰਦਾ ਹੈ, ਜੇਬ ਕਤਰਿਆਂ ਤੋਂ ਖਬਰਦਾਰ ਰਹੋ। ਸਕੂਲ ਨੂੰ ਜਾਣ ਵੇਲੇ ਮਾਤਾ ਜੀ ਵੀ ਕਹਿ ਦਿੰਦੇ ਹਨ, ਚੌਕਸੀ ਨਾਲ ਸੜਕ ਪਾਰ ਕਰਨਾ, ਰਾਹ ਵਿੱਚ ਅਵਾਰਾ ਪਸ਼ੂਆਂ ਤੋਂ ਵੀ ਹੁਸ਼ਿਆਰ ਰਹਿਣਾ। ਪਿਤਾ ਜੀ ਨੂੰ ਫਿਕਰ ਹੁੰਦਾ ਹੈ ਕਿ ਤੁਸੀਂ ਗਲਤ ਰਾਹ ਉੱਤੇ ਨਾ ਤੁਰ ਪਵੋ। ਉਹ ਜ਼ਰਾ ਗੁੱਸੇ ਵਿੱਚ ਕਹਿਣਗੇ, ਖਬਰਦਾਰ, ਜੇ ਮੈਂ ਤੈਨੂੰ ਮਾੜੀ ਸੰਗਤ ਵਿੱਚ ਵੇਖ ਲਿਆ। ਹੋ ਸਕਦਾ ਹੈ ਟ੍ਰੈਫਿਕ ਪੁਲਿਸ ਵੱਲੋਂ ਲਾਏ ਗਏ ਕਿਸੇ ਬੋਰਡ ਉੱਤੇ ਲਿਖੀ ਇਹ ਚੇਤਾਵਨੀ ਵੀ ਪੜ੍ਹਨ ਨੂੰ ਮਿਲੇ, ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਸਾਵਧਾਨ, ਚੌਕਸ, ਹੁਸ਼ਿਆਰ, ਖਬਰਦਾਰ ਆਦਿ ਸ਼ਬਦਾਂ ਦੇ ਅਰਥ ਇੱਕੋ ਜਿਹੇ ਹਨ। ਇਹਨਾਂ ਨੂੰ ਸਮਾਨਾਰਥਕ ਸ਼ਬਦ ਕਿਹਾ ਜਾਂਦਾ ਹੈ। ਸਾਵਧਾਨ ਤੋਂ ਸਾਵਧਾਨੀ ਅਤੇ ਚੌਕਸ ਤੋਂ ਚੌਕਸੀ ਸ਼ਬਦ ਬਣੇ ਹਨ। ਸਾਵਧਾਨੀ ਅਤੇ ਚੌਕਸੀ ਭਾਵਵਾਚਕ ਨਾਂਵ ਹਨ। ਅਜਿਹਾ ਹੀ ਇੱਕ ਨਾਂਵ ਹੈ ਚੇਤਾਵਨੀ। ਇਹ ਸਾਰੇ ਸ਼ਬਦ ਸਾਨੂੰ ਜਗਾਉਂਦੇ ਹਨ। ਪਿੰਡ ਵਿੱਚ ਚੌਕੀਦਾਰ ਰਾਤ ਵੇਲੇ ਹੋਕਾ ਦਿੰਦਾ ਹੈ, ਜਾਗਦੇ ਰਹੋ, ਜਾਗਦੇ ਰਹੋ। ਇਸ ਹੋਕੇ ਨਾਲ ਉਹ ਪਿੰਡ ਵਾਸੀਆਂ ਨੂੰ ਚੋਰਾਂ ਤੋਂ ਸਾਵਧਾਨ ਰਹਿਣ ਲਈ ਕਹਿੰਦਾ ਹੈ। ਦਵਾਈ ਦੀ ਸ਼ੀਸ਼ੀ ਲੈਣੀ ਹੋਵੇ ਤਦ ਚੌਕਸ ਖਰੀਦਦਾਰ ਵੇਖੇਗਾ ਕਿ ਇਹ ਦਵਾਈ ਉਹ ਹੀ ਹੈ ਜਿਹੜੀ ਡਾਕਟਰ ਨੇ ਲਿਖੀ ਹੈ। ਉਹ ਦਵਾਈ ਦੇ ਨਾਂ ਦਾ ਹਰ ਅੱਖਰ ਡਾਕਟਰ ਵੱਲੋਂ ਲਿਖੀ ਪਰਚੀ ਦੇ ਨਾਲ ਮਿਲਾਵੇਗਾ। ਫਿਰ ਉਹ ਦਵਾਈ ਦੀ ਮਿਆਦ ਵੇਖੇਗਾ। ਉਹ ਦਵਾਈ ਦੀ ਕੀਮਤ ਵੀ ਜ਼ਰੂਰ ਵੇਖੇਗਾ। ਹੋ ਸਕਦਾ ਹੈ ਕਿ ਦਵਾਈ ਉੱਤੇ ਕੋਈ ਚੇਤਾਵਨੀ ਵੀ ਲਿਖੀ ਹੋਵੇ। ਕਈ ਦਵਾਈਆਂ ਖਾਣ ਲਈ ਹੁੰਦੀਆਂ ਹਨ ਅਤੇ ਕਈ ਸਰੀਰ ਉੱਤੇ ਬਾਹਰੋਂ ਲਾਉਣ ਲਈ। ਕਿਸੇ ਦਵਾਈ ਦੀ ਸ਼ੀਸ਼ੀ ਉੱਤੇ ਇਹ ਹਦਾਇਤ ਵੀ ਲਿਖੀ ਹੋ ਸਕਦੀ ਹੈ ਕਿ ਸ਼ੀਸ਼ੀ ਖੋਲਣ ਤੋਂ 1 ਮਹੀਨੇ ਦੇ ਅੰਦਰ ਅੰਦਰ ਇਸ ਦੀ ਵਰਤੋਂ ਕੀਤੀ ਜਾਵੇ। ਦੱਸਣ ਦਾ ਭਾਵ ਇਹ ਹੈ ਕਿ ਜੇ ਕਿਤੇ ਚੇਤਾਵਨੀ ਲਿਖੀ ਹੋਈ ਹੈ ਤਦ ਉਸ ਨੂੰ ਜ਼ਰੂਰ ਪੜ੍ਹ ਲਿਆ ਜਾਵੇ ਅਤੇ ਉਸ ਉੱਤੇ ਅਮਲ ਕੀਤਾ ਜਾਵੇ। ਦਵਾਈ ਕਦੋਂ ਲੈਣੀ ਹੈ, ਕਿੰਨੀ ਵਾਰੀ ਲੈਣੀ ਹੈ, ਕਿਵੇਂ ਲੈਣੀ ਹੈ ਆਦਿ ਬਾਰੇ ਵੀ ਹਦਾਇਤਾਂ ਹੋ ਸਕਦੀਆਂ ਹਨ। ਹੋਰ ਤਾਂ ਹੋਰ ਦਵਾਈ ਦੀ ਸੰਭਾਲ ਕਿਵੇਂ ਕਰਨੀ ਹੈ ਦੇ ਬਾਰੇ ਵੀ ਦੱਸਿਆ ਹੁੰਦਾ ਹੈ। ਕਈ ਦਵਾਈਆਂ ਨੂੰ ਠੰਡੀ ਥਾਂ ਰੱਖਣ ਲਈ ਆਖਿਆ ਜਾਂਦਾ ਹੈ। ਦਵਾਈਆਂ ਦੀ ਗੱਲ ਉਦਾਹਰਨ ਦੇਣ ਲਈ ਕੀਤੀ ਗਈ ਹੈ। ਇਸ ਪਾਠ ਵਿੱਚ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਕਿਤੇ ਵੀ ਬੇਧਿਆਨ ਨਾ ਰਿਹਾ ਜਾਵੇ। ਘਰ ਤੋਂ ਬਾਹਰ ਸਦਾ ਸਾਵਧਾਨ ਰਹਿਣ ਦੀ ਲੋੜ ਪੈਂਦੀ ਹੈ। ਹੋਰ ਤਾਂ ਹੋਰ ਅਸੀਂ ਜਿਹੜੇ ਰਸਤਿਓਂ ਰੋਜ਼ ਲੰਘਦੇ ਹਾਂ ਉਸ ਉੱਤੇ ਚੱਲਦਿਆਂ ਵੀ ਖਬਰਦਾਰ ਰਹਿਣਾ ਪੈਂਦਾ ਹੈ। ਕੱਲ੍ਹ ਤੱਕ ਉਹ ਰਾਹ ਸਾਫ਼ ਸੀ। ਹੋ ਸਕਦਾ ਹੈ ਰਾਤ ਨੂੰ ਤੇਜ਼ ਪਏ ਮੀਂਹ ਕਾਰਨ ਉਸ ਉੱਤੇ ਕੋਈ ਖੱਡਾ ਪੈ ਗਿਆ ਹੋਵੇ। ਰਾਹ ਉੱਤੇ ਤਿਲਕਣ ਵਾਲੀ ਕੋਈ ਚੀਜ਼ ਹੋ ਸਕਦੀ ਹੈ। ਕਿਸੇ ਮੋਟਰ ਗੱਡੀ ਤੋਂ ਚੋ ਗਏ ਤਿਲਕਣੇ ਤੇਲ ਕਾਰਨ ਪਿੱਛੋਂ ਆਉਂਦੇ ਸਕੂਟਰ ਅਤੇ ਕਾਰਾਂ ਦੁਰਘਟਨਾ ਦਾ ਸ਼ਿਕਾਰ ਹੋ ਸਕਦੀਆਂ ਹਨ। ਪੈਦਲ ਤੁਰਨ ਵਾਲੇ ਤਾਂ ਕੇਲੇ ਦੇ ਸੁੱਟੇ ਛਿੱਲੜ ਤੋਂ ਵੀ ਫਿਸਲ ਸਕਦੇ ਹਨ। ਮੂਰਖ ਲੋਕ ਰਾਹ ਜਾਂਦਿਆਂ ਕੇਲਾ ਖਾ ਕੇ ਛਿੱਲੜ ਉੱਥੇ ਹੀ ਸੁੱਟ ਦਿੰਦੇ ਹਨ। ਇੰਜ ਦੂਜਿਆਂ ਦੀ ਲਾਪਰਵਾਹੀ ਕਾਰਨ ਨੁਕਸਾਨ ਹੋ ਸਕਦਾ ਹੈ। ਕਦੇ ਬੈਂਕ ਵਿੱਚ ਰੁਪਈਏ ਜਮ੍ਹਾਂ ਕਰਵਾਉਣ ਜਾਓ, ਤੁਸੀਂ ਦੇਖੋਗੇ ਕਿ ਖਜ਼ਾਨਚੀ ਤੁਹਾਡੇ ਵੱਲੋਂ ਦਿੱਤੇ ਹਰ ਨੋਟ ਨੂੰ ਧਿਆਨ ਨਾਲ ਵੇਖੇਗਾ। ਉਹ ਚੌਕਸ ਰਹੇਗਾ ਕਿ ਕੋਈ ਨੋਟ ਨਕਲੀ ਜਾਂ ਪਾਟਿਆ ਹੋਇਆ ਤਾਂ ਨਹੀਂ। ਫਿਰ ਉਹ ਨੋਟਾਂ ਨੂੰ ਗਿਣੇਗਾ, ਪਹਿਲਾਂ ਇੱਕ ਪਾਸਿਓਂ ਫਿਰ ਦੂਜੇ ਪਾਸਿਓਂ। ਆਪਣੀ ਤਸੱਲੀ ਲਈ ਉਹ ਨੇੜੇ ਪਈ ਨੋਟ ਗਿਣਨ ਵਾਲੀ ਮਸ਼ੀਨ ਨਾਲ ਵੀ ਨੋਟਾਂ ਨੂੰ ਗਿਣ ਸਕਦਾ ਹੈ। ਖਜ਼ਾਨਚੀ ਦਾ ਕੰਮ ਜ਼ਿੰਮੇਵਾਰੀ ਵਾਲਾ ਹੈ। ਹਰ ਜ਼ਿੰਮੇਵਾਰ ਬੰਦਾ ਇਵੇਂ ਹੀ ਚੌਕਸ ਰਹਿੰਦਾ ਹੈ। ਬਾਜ਼ਾਰ ਜਾਈਏ ਤਦ ਵੀ ਚੁਕੰਨੇ ਰਹਿਣ ਦੀ ਲੋੜ ਹੁੰਦੀ ਹੈ। ਉੱਥੇ ਅਸੀਂ ਖਰੀਦਦਾਰ ਹੁੰਦੇ ਹਾਂ। ਪਹਿਲਾਂ ਤਾਂ ਕੋਈ ਵਸਤ ਤਦ ਹੀ ਖਰੀਦੀਏ ਜੇ ਉਸ ਦੀ ਲੋੜ ਹੋਵੇ। ਫਿਰ ਉਨੀ ਕੁ ਲਈਏ ਜਿੰਨੀ ਦੀ ਸੱਚਮੁੱਚ ਲੋੜ ਹੈ। ਉਸ ਵਸਤ ਦੀ ਹਾਲਤ ਤੇ ਕਿਸਮ ਵੀ ਜਾਣਨੀ ਜ਼ਰੂਰੀ ਹੈ। ਫਿਰ ਉਸ ਦੀ ਕੀਮਤ ਵੀ ਸਹੀ ਹੋਣੀ ਚਾਹੀਦੀ ਹੈ। ਜੇ ਸਾਨੂੰ ਪਤਾ ਲੱਗੇ ਕਿ ਜਿਹੜੀ ਵਸਤ ਅਸੀਂ ਖਰੀਦ ਬੈਠੇ ਹਾਂ ਉਹ ਕਿਸੇ ਹੋਰ ਦੁਕਾਨ ਤੋਂ ਘੱਟ ਭਾਅ ਤੇ ਮਿਲਦੀ ਹੋਵੇ ਤਦ ਸਾਨੂੰ ਪਛਤਾਵਾ ਹੁੰਦਾ ਹੈ। ਖਰੀਦੀ ਗਈ ਵਸਤ ਦੇ ਭਾਰ, ਮਾਪ ਆਦਿ ਦੀ ਵੀ ਤਸੱਲੀ ਕਰਨੀ ਬਣਦੀ ਹੈ। ਮੰਨ ਲਓ ਕਿਸੇ ਵਿਦਿਆਰਥੀ ਨੇ ਕਿਤਾਬਾਂ ਦੀ ਦੁਕਾਨ ਤੋਂ ਕੋਈ ਕਿਤਾਬ ਖਰੀਦੀ ਹੈ, ਤਦ ਉਹ ਕਿਤਾਬ ਦਾ ਨਾਂ ਅਤੇ ਕੀਮਤ ਵੇਖਣ ਦੇ ਨਾਲ ਇਸ ਨੂੰ ਫਰੋਲ ਕੇ ਵੀ ਵੇਖੇਗਾ। ਅੰਦਰੋਂ ਵਰਕੇ ਫਟੇ ਹੋ ਸਕਦੇ ਹਨ, ਕੁਝ ਪੰਨੇ ਘੱਟ ਵੀ ਹੋ ਸਕਦੇ ਹਨ। ਕਿਤਾਬ ਕਿਹੜੇ ਸਾਲ ਛਪੀ ਹੈ ਇਹ ਜਾਣਨ ਦੀ ਵੀ ਲੋੜ ਹੈ। ਇੱਕ ਆਦਮੀ ਨੇ ਬਾਜ਼ਾਰ ਵਿੱਚੋਂ ਟੀਵੀ ਖਰੀਦਣਾ ਸੀ। ਉਸਨੇ ਦੁਕਾਨ ਤੇ ਕਈ ਟੀਵੀ ਵੇਖੇ। ਘਰ ਆ ਕੇ ਦੱਸਿਆ ਕਿ ਉੱਥੇ 4 ਤਰ੍ਹਾਂ ਦੇ ਟੀਵੀ ਸੈੱਟ ਪਏ ਸਨ।
ਉਹਨਾਂ ਦੇ ਰੇਟਾਂ ਵਿੱਚ 5-500 ਰੁਪਏ ਦਾ ਫਰਕ ਸੀ। ਘਰਦਿਆਂ ਨੇ ਪੁੱਛਿਆ ਕਿ ਇਹ ਫਰਕ ਕਿਉਂ ਸੀ। ਉਸਨੇ ਆਖਿਆ, ਇਹ ਤਾਂ ਮੈਂ ਨਹੀਂ ਪੁੱਛਿਆ। ਸਾਰੇ ਹੱਸ ਪਏ। ਫਿਰ ਘਰ ਦੇ ਬਜ਼ੁਰਗ ਨੇ ਸਮਝਾਇਆ, ਦੁੱਧ ਦੇ ਵੱਖ-ਵੱਖ ਪੈਕਟਾਂ ਦਾ ਮੁੱਲ ਵੱਖ-ਵੱਖ ਹੁੰਦਾ ਹੈ। ਵੱਧ ਮੁੱਲ ਵਾਲੇ ਦੁੱਧ ਵਿੱਚ ਫੈਟ ਵੱਧ ਹੁੰਦੀ ਹੈ ਤੇ ਘੱਟ ਮੁੱਲ ਵਾਲੇ ਵਿੱਚ ਘੱਟ। ਇਵੇਂ ਹੀ ਮਹਿੰਗੇ ਟੀਵੀ ਵਿੱਚ ਵੀ ਕੋਈ ਗੱਲ ਅਜਿਹੀ ਹੋਣੀ ਹੈ ਜਿਸ ਕਰਕੇ ਉਹ ਮਹਿੰਗਾ ਹੈ, ਪੁੱਛ ਲੈਣਾ ਸੀ। ਕਈ ਥਾਈਂ ਕਿਸੇ ਮਨਾਹੀ ਦੀ ਸੂਚਨਾ ਲਿਖੀ ਹੁੰਦੀ ਹੈ। ਫਰਸ਼ ਉੱਤੇ ਨਾ ਥੁੱਕੋ, ਚੱਲਦੀ ਗੱਡੀ ਵਿੱਚ ਚੜ੍ਹਨ ਦੀ ਕੋਸ਼ਿਸ਼ ਨਾ ਕਰੋ, ਅੱਗੇ ਹਸਪਤਾਲ ਹੈ, ਹਾਰਨ ਨਾ ਵਜਾਓ। ਇਹਨਾਂ ਸੂਚਨਾਵਾਂ ਨੂੰ ਕੋਈ ਪੜ੍ਹੇਗਾ ਤਦ ਹੀ ਅਮਲ ਕਰੇਗਾ। ਚੰਡੀਗੜ੍ਹ ਦੀ ਚੌੜੀ ਤੇ ਸਾਫ਼ ਸੜਕ ਵੇਖ ਕੇ ਕਾਰ ਸਵਾਰ ਨੇ ਡਰਾਈਵਰ ਨੂੰ ਆਖਿਆ, ਪੂਰੀ ਸਪੀਡ ਤੇ ਚਲਾਓ ਜੀ। ਡਰਾਈਵਰ ਹੁਸ਼ਿਆਰ ਸੀ। ਉਸਨੇ ਝੱਟ ਰਾਹ ਵਿੱਚ ਲੱਗੇ ਬੋਰਡ ਉੱਤੇ ਲਿਖੀ ਸਪੀਡ ਸੀਮਾ ਵੱਲ ਇਸ਼ਾਰਾ ਕਰ ਦਿੱਤਾ। ਸਾਵਧਾਨ ਰਹਿਣ ਨਾਲ ਆਪਣੇ ਬਚਾਓ ਦੇ ਨਾਲ-ਨਾਲ ਦੂਜੇ ਵੀ ਸੁਰੱਖਿਅਤ ਰਹਿੰਦੇ ਹਨ। ਕੰਮ ਲੱਗੇ ਬੰਦੇ ਦਾ ਸਮਾਂ ਬੜਾ ਕੀਮਤੀ ਹੁੰਦਾ ਹੈ। ਵਿਦਿਆਰਥੀਆਂ ਕੋਲ ਤਾਂ ਗਵਾਉਣ ਲਈ ਸਮਾਂ ਹੁੰਦਾ ਹੀ ਨਹੀਂ। ਜੇਕਰ ਕੋਈ ਕਿਸੇ ਵਿਦਿਆਰਥੀ ਦੇ ਕੀਮਤੀ ਸਮੇਂ ਨੂੰ ਬੇਮਤਲਬ ਗੱਲਾਂ ਕਰਕੇ ਗਵਾਉਣ ਦਾ ਯਤਨ ਕਰੇ, ਚੌਕਸ ਵਿਦਿਆਰਥੀ ਅਜਿਹਾ ਕਰਨ ਦੀ ਆਗਿਆ ਨਹੀਂ ਦੇਵੇਗਾ। ਲੰਘ ਗਿਆ ਸਮਾਂ ਮੁੜ ਹੱਥ ਨਹੀਂ ਆਉਂਦਾ। ਇਸ ਲਈ ਉਹ ਨਿਮਰਤਾ ਨਾਲ ਆਖ ਦੇਵੇਗਾ, ਖਿਮਾ ਕਰਨਾ, ਇਹ ਮੇਰੇ ਕੰਮ ਦਾ ਸਮਾਂ ਹੈ। ਟੀਵੀ ਵੇਖਦਿਆਂ ਵੀ ਸਾਵਧਾਨ ਰਹਿਣ ਦੀ ਲੋੜ ਹੈ ਕਿ ਜ਼ਰੂਰੀ ਕੰਮ ਕਰਨ ਦਾ ਸਮਾਂ ਟੀਵੀ ਵੇਖਣ ਤੇ ਨਹੀਂ ਲੱਗ ਰਿਹਾ। ਕੀ ਜੋ ਕੁਝ ਟੀਵੀ ਉੱਤੇ ਆ ਰਿਹਾ ਹੈ ਉਸ ਨੂੰ ਵੇਖਣ ਦਾ ਕੋਈ ਲਾਭ ਵੀ ਹੈ? ਕੀ ਟੀਵੀ ਉੱਤੇ ਵਿਖਾਈ ਜਾਂ ਦੱਸੀ ਜਾ ਰਹੀ ਹਰ ਗੱਲ ਸੱਚ ਮੰਨ ਲਈ ਜਾਵੇ? ਅਖਬਾਰਾਂ ਵਿੱਚ ਅਤੇ ਟੀਵੀ ਅਤੇ ਰੇਡੀਓ ਉੱਤੇ ਇਸ਼ਤਿਹਾਰਾਂ ਦੀ ਭਰਮਾਰ ਹੁੰਦੀ ਹੈ। ਹਰ ਕੋਈ ਆਪਣੇ ਲਾਭ ਦੀ ਗੱਲ ਕਰਦਾ ਹੈ, ਤਾਂ ਕਿ ਅਸੀਂ ਵੀ ਇਹ ਨਾ ਸਮਝੀਏ ਕਿ ਸਾਡੇ ਲਈ ਕੀ ਉਪਯੋਗੀ ਹੈ ਅਤੇ ਕੀ ਨਹੀਂ। ਆਪਣਾ ਹਿੱਤ ਭੁੱਲ ਕੇ ਦੂਜੇ ਦੇ ਅਸਰ ਹੇਠ ਫੈਸਲੇ ਲੈਣੇ ਠੀਕ ਨਹੀਂ ਹਨ। ਇੰਨੀਆਂ ਕੁ ਉਦਾਹਰਨਾਂ ਤੋਂ ਸਪਸ਼ਟ ਹੋ ਗਿਆ ਹੋਵੇਗਾ ਕਿ ਸਾਨੂੰ ਸਦਾ ਹੁਸ਼ਿਆਰ, ਸਾਵਧਾਨ ਅਤੇ ਚੁਕੰਨੇ ਰਹਿਣ ਦੀ ਲੋੜ ਹੈ। ਅਜਿਹੇ ਹੋਵਾਂਗੇ ਤਦ ਅਸੀਂ ਸੱਚ ਅਤੇ ਝੂਠ ਵਿੱਚ ਫਰਕ ਜਾਣ ਸਕਾਂਗੇ। ਅਸਲੀ, ਨਕਲੀ, ਗਲਤ, ਠੀਕ ਆਦਿ ਦੇ ਅੰਤਰ ਤੋਂ ਵੀ ਅਸੀਂ ਜਾਣੂ ਹੋ ਸਕਾਂਗੇ। ਸਾਨੂੰ ਆਪਣੇ ਨਿਸ਼ਾਨੇ ਪ੍ਰਾਪਤ ਕਰਨ ਵਿੱਚ ਔਖ ਨਹੀਂ ਆਵੇਗੀ। ਤਦ ਅਸੀਂ ਦੇਸ਼ ਦੇ ਚੰਗੇ ਨਾਗਰਿਕ ਬਣ ਸਕਾਂਗੇ।